ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲਈ 4 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ। ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚ ਆਏ ਪਵਨ ਕੁਮਾਰ ਟੀਨੂ ਨੂੰ ਜਲੰਧਰ ਤੋਂ ਐਲਾਨਿਆ ਉਮੀਦਵਾਰ ਤਾਂ ਲੁਧਿਆਣਾ, ਗੁਰਦਾਸਪੁਰ ਤੇ ਫਿਰੋਜ਼ਪੁਰ ਤੋਂ ਮੌਜੂਦਾ ਵਿਧਾਇਕਾਂ ਨੂੰ ਦਿੱਤੀ ਟਿਕਟ। ਪੰਜਾਬ ਲਈ ਬੀਜੇਪੀ ਦੇ ਵੱਲੋਂ 3 ਹੋਰ ਉਮੀਦਵਾਰਾਂ ਦਾ ਐਲਾਨ। ਬਠਿੰਡਾ ਤੋਂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਨੂੰ ਦਿੱਤੀ ਟਿਕਟ। ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਨੂੰ ਐਲਾਨਿਆ ਉਮੀਦਵਾਰ ਤਾਂ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਨੂੰ ਟਿਕਟ। ਆਮ ਆਦਮੀ ਪਾਰਟੀ ਦਾ ਭਾਜਪਾ ਤੇ ਗੰਭੀਰ ਇਲਜ਼ਾਮ, ਕਿਹਾ ਕੇਜਰੀਵਾਲ ਦੇ ਨਾਲ ਅੱਤਵਾਦੀ ਵਰਗਾ ਕੀਤਾ ਜਾ ਰਿਹਾ ਸਲੂਕ। ਜੇਲ੍ਹ ਦੇ ਵਿੱਚ 24 ਘੰਟੇ ਸੀਸੀਟੀਵੀ ਹੇਠ ਹੋ ਰਹੀ ਨਿਗਰਾਨੀ। ਇਲੈਕਟੋਰਲ ਬੌਂਡ ਨੂੰ ਲੈ ਕੇ ਵੀ ਚੁੱਕੇ ਸਵਾਲ। ਸ਼੍ਰੀਨਗਰ ਦੇ ਬਟਵਾਰ ਦੇ ਵਿੱਚ ਵੱਡਾ ਹਾਦਸਾ, ਜੇਹਲਮ ਨਦੀ 'ਚ ਬੱਚਿਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, 4 ਲੋਕਾਂ ਦੀ ਮੌਤ, ਕਈ ਲਾਪਤਾ। ਪਤੰਜਲੀ ਇਸ਼ਤਿਹਾਰ ਮਾਮਲੇ ਦੇ ਵਿੱਚ ਥੋੜੀ ਦੇਰ 'ਚ ਹੋਏਗੀ ਸੁਪਰੀਮ ਕੋਰਟ 'ਚ ਅਹਿਮ ਸੁਣਵਾਈ। ਬਾਬਾ ਰਾਮਦੇਵ ਤੇ ਬਾਲ ਕ੍ਰਿਸ਼ਨ ਪਹੁੰਚੇ। ਪਿਛਲੀ ਸੁਣਵਾਈ ਦੇ ਵਿੱਚ ਕੋਰਟ ਨੇ ਮਾਫੀਨਾਮਾ ਕੀਤਾ ਸੀ ਖਾਰਜ। ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਕਰਨ ਵਾਲੇ ਗ੍ਰਿਫਤਾਰ। ਮੁੰਬਈ ਕ੍ਰਾਈਮ ਬ੍ਰਾਂਚ ਨੇ ਦੋਵੇਂ ਸ਼ੂਟਰਾਂ ਨੂੰ ਗੁਜਰਾਤ ਦੇ ਕੱਚ ਤੋਂ ਕੀਤਾ ਕਾਬੂ। ਦੁਪਹਿਰ 1 ਵਜੇ ਮੁੰਬਈ ਪੁਲਿਸ ਕਰੇਗੀ ਵੱਡਾ ਖੁਲਾਸਾ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਵੱਡੀ ਖਬਰ ਲੈ ਕੇ ਇਸ ਵੇਲੇ ਦੀ ਪੰਜਾਬ ਆਮ ਆਦਮੀ ਪਾਰਟੀ ਦੀ ਤੀਜੀ ਲਿਸਟ ਜਾਰੀ ਹੋ ਗਈ ਹੈ। ਨਿਊਜ਼ 18 ਦੀ ਖਬਰ ਤੇ ਮੋਹਰ ਲੱਗੀ ਹੈ। ਨਿਊਜ਼ 18 ਪੰਜਾਬ ਨੇ ਪਹਿਲਾਂ ਹੀ ਆਪਣੇ ਦਰਸ਼ਕਾਂ ਤੱਕ ਇਹ ਜਾਣਕਾਰੀ ਪਹੁੰਚਾ ਦਿੱਤੀ ਸੀ ਕਿ 4 ਅਹਿਮ ਸੀਟਾਂ ਰਹਿੰਦੀਆਂ ਸੀਟਾਂ ਤੇ ਆਮ ਆਦਮੀ ਪਾਰਟੀ ਉਮੀਦਵਾਰ ਉਤਾਰਨ ਜਾ ਰਹੀ ਹੈ ਔਰ ਚਾਰਾਂ ਦੇ ਨਾਂ ਤੇ ਹੀ ਮੋਹਰ ਲੱਗੀ ਹੈ। ਤਾਂ ਸ਼ਹਿਰੀ ਕਲਸੀ ਨੂੰ ਗੁਰਦਾਸਪੁਰ ਤੋਂ ਟਿਕਟ ਦਿੱਤੀ ਹੈ, ਯੰਗ ਫੇਸ ਹੈ। ਬਟਾਲਾ ਤੋਂ ਮੌਜੂਦਾ ਵਿਧਾਇਕ ਨੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ। ਜਲੰਧਰ ਤੋਂ ਪਵਨ ਕੁਮਾਰ ਟੀਨੂ ਨੂੰ ਸਾਬਕਾ ਵਿਧਾਇਕ ਨੂੰ ਟਿਕਟ ਦਿੱਤੀ ਗਈ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਸਨ। ਕੁਝ ਦਿਨ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋਏ ਸਨ। ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਨੂੰ ਟਿਕਟ ਮਿਲੀ ਹੈ, ਜੋ ਸਾਬਕਾ ਕਾਂਗਰਸੀ ਅਸੀਂ ਕਹਿ ਸਕਦੇ ਹਾਂ। ਕਾਂਗਰਸ ਦਾ ਹਿੱਸਾ ਰਹੇ। 2021 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਤਾਂ ਵਿਧਾਇਕ ਬਣੇ। ਲੁਧਿਆਣਾ ਸੈਂਟਰਲ ਤੋਂ ਵਿਧਾਇਕ ਨੇ ਅਸ਼ੋਕ ਪਰਾਸ਼ਰ ਪੱਪੀ। ਇਸ ਵੇਲੇ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਟਿਕਟ ਦਿੱਤੀ ਗਈ ਹੈ। ਮੁਕਤਸਰ ਤੋਂ ਮੌਜੂਦਾ ਵਿਧਾਇਕ ਨੇ ਜਗਦੀਪ ਸਿੰਘ ਕਾਕਾ ਬਰਾੜ। ਸਾਰੀਆਂ 13 ਦੀਆਂ 13 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ। ਯਾਨੀ ਕਿ ਪਹਿਲੀ ਪੰਜਾਬ ਦੇ ਵਿੱਚ ਅਜਿਹੀ ਪਾਰਟੀ ਹੈ ਆਮ ਆਦਮੀ ਪਾਰਟੀ ਜਿਸ ਨੇ 13 ਦੇ 13 ਪੱਤੇ ਖੋਲ ਦਿੱਤੇ ਨੇ। ਕਹਿ ਲਈ ਕਿ 13 ਦੇ 13 ਜਰਨੈਲ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ। ਔਰ ਬੇहद ਅਹਿਮ ਹੈ ਕਿ ਜੇਕਰ ਇਹਨਾਂ 4 ਅਸੀਂ ਕੈਂਡੀਡੇਟਸ ਦਾ ਜ਼ਿਕਰ ਕਰੀਏ, ਨਜ਼ਰ ਮਾਰੀਏ, ਚਰਚਾ ਕਰੀਏ, ਕਿਉਂਕਿ ਪਹਿਲੀ ਜਦੋਂ ਲਿਸਟ ਆਉਂਦੀ ਹੈ ਤਾਂ ਉਸ ਦੇ ਵਿੱਚ 5 ਵੱਡੇ ਆਗੂ, ਵੱਡੇ ਚਿਹਰੇ, ਕੈਬਨਿਟ ਮੰਤਰੀਆਂ ਦਾ ਨਾਂ ਸ਼ਾਮਿਲ ਸੀ। ਔਰ ਉਸ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਸਵਾਲ ਖੜੇ ਕੀਤੇ ਗਏ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਕਹਿੰਦੀ ਹੈ ਕਿ ਅਸੀਂ ਆਮ ਲੋਕਾਂ ਜਾਂ ਵਲੰਟੀਅਰਸ ਨੂੰ, ਆਪਣੇ ਲੋਕਾਂ ਨੂੰ ਮੌਕਾ ਦਿੰਦੇ ਹਾਂ, ਪਰ ਇੱਥੇ ਵੱਡੇ ਆਗੂ ਜਿਹੜੇ ਨੇ ਉਹ ਅੱਗੇ ਕਰ ਦਿੱਤੇ ਗਏ ਨੇ ਤਾਂ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ। ਜਿਸ ਤੋਂ ਬਾਅਦ ਹੁਣ ਜਿਹੜੀ ਲਿਸਟ ਆਈ ਹੈ ਇਸ ਦੇ ਵਿੱਚ ਜ਼ਰੂਰ ਪਵਨ ਕੁਮਾਰ ਟੀਨੂ ਜਿਹੜੇ ਨੇ ਅਕਾਲੀ ਦਲ ਦੇ ਵਿੱਚੋਂ ਆਏ ਨੇ ਉਹਨਾਂ ਨੂੰ ਮੌਕਾ ਦਿੱਤਾ ਗਿਆ। ਬਾਕੀ ਜਿਹੜੇ ਨੇ ਉਹ ਮੌਜੂਦਾ ਵਿਧਾਇਕ ਔਰ ਖਾਸ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਯੰਗ ਫੇਸ, ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ। ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਨੂੰ ਜਿਹੜੀ ਹੈ ਉਹ ਟਿਕਟ ਦਿੱਤੀ ਗਈ ਹੈ। ਤਾਂ ਹੁਣ ਇੱਥੇ ਦਿਲਚਸਪ ਟੱਕਰ ਹੋਏਗੀ। ਹਾਲਾਂਕਿ ਹੁਣ ਤੱਕ ਲੁਧਿਆਣਾ ਸੀਟ ਦਾ ਅਸੀਂ ਜ਼ਿਕਰ ਕਰੀਏ ਤਾਂ ਰਵਨੀਤ ਬਿੱਟੂ ਨੂੰ ਚੋਣ ਮੈਦਾਨ ਦੇ ਵਿੱਚ ਬੀਜੇਪੀ ਦੇ ਵੱਲੋਂ ਉਤਾਰਿਆ ਗਿਆ ਹੈ। ਕਾਂਗਰਸ ਦੇ ਵੱਡੇ ਆਗੂ ਰਹੇ ਨੇ, ਕਾਂਗਰਸ ਦੇ ਮੌਜੂਦਾ ਐਮਪੀ, ਪਰ ਉਸ ਤੋਂ ਬਾਅਦ ਬੀਜੇਪੀ ਦਾ ਪੱਲਾ ਫੜਿਆ ਤਾਂ ਹੁਣ ਬੀਜੇਪੀ ਤੋਂ ਉਮੀਦਵਾਰ ਹੋਣਗੇ ਅਸ਼ੋਕ ਪਰਾਸ਼ਰ ਪੱਪੀ। ਉਹਨਾਂ ਨੂੰ ਲੁਧਿਆਣਾ ਤੋਂ ਟੱਕਰ ਦੇਣਗੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ। ਤਾਂ ਇੱਥੇ ਬੇਹਦ ਅਹਿਮ ਹੈ ਕਿ ਮੌਜੂਦਾ ਵਿਧਾਇਕ ਨੇ ਲੁਧਿਆਣਾ ਸੈਂਟਰਲ ਤੋਂ ਔਰ ਕਾਂਗਰਸ ਦਾ ਹਿੱਸਾ ਰਹੇ ਨੇ, 2021 ਦੇ ਵਿੱਚ ਸ਼ਮੂਲੀਅਤ ਕੀਤੀ ਸੀ। ਤਾਂ ਉਸ ਤੋਂ ਬਾਅਦ ਜਗਦੀਪ ਸਿੰਘ ਕਾਕਾ ਬਰਾੜ ਦਾ ਜ਼ਿਕਰ ਕਰੀਏ ਤਾਂ ਫਿਰੋਜ਼ਪੁਰ ਬੇਹਦ ਅਹਿਮ ਔਰ ਬੇਹਦ ਹੀ ਇੰਟਰਸਟਿੰਗ, ਜਿਸ ਦੇ ਨਜ਼ਰਾਂ ਜਿਹੜੀਆਂ ਨੇ ਜ਼ਰੂਰ ਟਿਕਣਗੀਆਂ, ਕਿਉਂਕਿ ਮੌਜੂਦਾ ਉੱਥੋਂ ਸੰਸਦ ਮੈਂਬਰ ਖੁਦ ਸੁਖਬੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ, ਹਾਲਾਂਕਿ ਉਹਨਾਂ ਨੇ ਕਹਿ ਦਿੱਤਾ ਹੈ ਕਿ ਉਹ ਚੋਣ ਇਸ ਵਾਰ ਨਹੀਂ ਲੜਨਗੇ। ਇਹ ਚਰਚਾਵਾਂ ਨੇ ਔਰ ਲਗਭਗ ਸਾਫ਼ ਹੈ ਕਿ ਸੁਖਬੀਰ ਸਿੰਘ ਬਾਦਲ ਚੋਣ ਨਹੀਂ ਲੜ ਰਹੇ। ਪਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇੱਥੋਂ ਕਿਸ ਨੂੰ ਉਤਾਰੇਗਾ ਤਾਂ ਬੇਹਦ ਅਹਿਮ ਹੈ। ਔਰ ਜੇਕਰ ਇਸ ਲਿਸਟ ਤੇ ਨਜ਼ਰ ਮਾਰੀ ਜਾਵੇ ਤਾਂ ਮੌਜੂਦਾ ਵਿਧਾਇਕਾਂ ਨੂੰ ਜਿਹੜੀ ਹੈ ਉਹ ਟਿਕਟ ਦਿੱਤੀ ਗਈ ਹੈ, ਮੌਕਾ ਦਿੱਤਾ ਗਿਆ। ਤਾਂ ਆਮ ਆਦਮੀ ਪਾਰਟੀ ਦੀ ਤੀਜੀ ਲਿਸਟ ਔਰ 13 ਦੇ 13 ਕੈਂਡੀਡੇਟਸ ਜਿਹੜੇ ਨੇ ਅਨਾਉਂਸ ਕਰ ਦਿੱਤੇ ਗਏ। ऐसे विचकार एक होर वड्डी खबर का जिक्र कर रहे हैं। पंजाब दे लई बीजेपी की भी दूजी लिस्ट आ गई है। बीजेपी ने पंजाब दे लई 3 होर उम्मीदवार ऐलान दिते ने। बठिंडा तो सिकंदर सिंह मलूका बिल्कुल एक्सपैक्टेड सन, जिस तरीके दे नाल शमूलियत हुंदी है परमपाल कौर सिद्धू दी।
ਤਾਂ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ। ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਦੇ ਪਤਨੀ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਉਹਨਾਂ ਦੇ ਪਤਨੀ ਜਿਨ੍ਹਾਂ ਨੂੰ ਟਿਕਟ ਦੇ ਦਿੱਤੀ ਗਈ ਹੈ। ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ। ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਵਰਸਸ ਹਰਸਿਮਰਤ ਕੌਰ ਬਾਦਲ साफ तौर पर संभवता जी मनी जा रही है। हालांकि हरसिमरत कौर बादल एक खुद कह चुके ने कि जेकर वो चोन लड़नगे तो सिर्फ बठिंडा सीट तो ही चोन लड़नगे, ये उन्हां दा अपना फैसला होएगा, नहीं तो फिर कितों भी चोन नहीं लड़नगे। तो बीजेपी की जी लिस्ट है असीं कह सकते हैं कि बेहद ही इंटरस्टिंग है। हालांकि बिल्कुल एक्सपैक्ट किया जा रहा सी, ये मन्निया जा रहा सी कि परमपाल कौर सिद्धू या कह लिए कि परमपाल कौर मलूका वो भी गलत नहीं होएगा, क्योंकि सिकंदर सिंह मलूका दे नूह ने और इथों हुण चोण मैदान दे विच होणगे। थोड़ी देर पहला गलबात कर रहे सी न्यूज़ 18 पंजाब दे नाल, उन्होंने कहा कि बीजेपी का मुकाबला किसी दे नाल नहीं है। वो दावा कर रहे हैं कि बीजेपी बिल्कुल जेतू रहेगी पार्टी, क्योंकि उसका मुकाबला किसी दे नाल नहीं है। तो दूसरा चेहरा अनीता सोम प्रकाश, केंद्रीय मंत्री सोम प्रकाश दे धर्म पत्नी ने सुभाविक तौर पर घर दे विच ही टिकट आई है, तो किस तरीके दे नाल रहेगा। और मौजूदा सांसद भी ने सोम प्रकाश तो स्वाभाविक तौर पर ताही केंद्रीय मंत्री ने, पर कुल मिला के अनीता सोम प्रकाश नूं हुण टिकट दित्ती गई है। और देखना होगा कि किस तरीके दे नाल हुशियारपुर दे विच उन्हां दी परफॉर्मेंस रहेगी। मनजीत सिंह मन्ना नूं टिकट जिहड़ी है वो भी दे दित्ती गई है। मनजीत सिंह मन्ना ते भी दा खेडिया गया है बीजेपी दे वल्लों। तां पंजाब दे लई बीजेपी दे उम्मीदवार जिहड़े ने ऐलान दित्ते गए ने, और मनजीत सिंह मन्ना दा असीं जिक्र कर रहे सी। तो पंथक सीट है खडूर साहिब दी सीट, श्रोमणी अकाली दल दे विच सन, बीजेपी दे विच शामिल होए मनजीत सिंह मन्ना 2020 दे विच अराउंड 2020 दे विच बीजेपी दे विच आउंदे ने। उस तो बाद विधायक दे तौर ते चोण मैदान च उतारिया जांदा है बाबा बकाला तो विधायक ने, साबका विधायक ने, तो उन्हां नूं टिकट दित्ती गई है, यानी कि उन्हां ते दा खेडिया गया है बीजेपी दे वल्लों। तो हुण सिर्फ 4 सीटां जिहड़ियां ने बीजेपी दीयां पेंडिंग ने, 9 सीटां ते उम्मीदवार बीजेपी दे वल्लों उतार दित्ते गए ने। संगरूर फतेहगढ़ साहिब दी सीट अजे पेंडिंग है। इस तो इलावा 2 होर सीटां आनंदपुर साहिब और फिरोजपुर दीयां पेंडिंग ने। बाकी सारियां सीटां ते जिहड़े आ अपने पत्ते खोल दित्ते गए ने। तो सब तो पहला परमपाल कौर सिद्धू का जिक्र करांगे, तो बेहद ही इंटरस्टिंग सीट बनती जा रही है। बिल्कुल जिस तरीके दे नाल बठिंडा तो हरसिमरत कौर बादल दे बिल्कुल असीं कह सकते हैं कि साफ उन्होंने कर दिता कि वो चोण लड़नगे, तो इत्थों ही तो इत्थे मुकाबला दिलचस्प होएगा। असीं बार-बार इसका जिक्र कर रहे हैं। अनीता सोम प्रकाश हुशियारपुर तो चोण लड़नगे, बीजेपी दे वल्लों ऐलान दिते गए ने। मनजीत सिंह मन्ना नूं खडूर साहिब तो टिकट दी गई है। पंथक सीट तो बेहद अहम है। तो आम आदमी पार्टी की भी लिस्ट आज ही जारी हुई है। 4 नवे उम्मीदवार ऐलाने गए ने। उस तो बाद 13 सीटां साफ हो गई ने। शहरी कलसी बिल्कुल यंग चेहरा, नौजवान चेहरा विधायक बने, पहली बार दे विधायक ने, और उस तो बाद एक बड़ा मौका सी कह सकते पार्टी ने उन्होंने दे दिता है। किस तरीके दे नाल वो रहणगे और अपनी परफॉर्मेंस करनगे रखणगे उसनूं देखना होएगा। तो दूसरी सीट का जिक्र किया जाए पवन कुमार टीनू, जलंधर तो उम्मीदवार ऐलान दिए गए ने। पवन कुमार टीनू श्रोमणी अकाली दल का वड्डा चेहरा, आदमपुर तो विधायक 2 तो 3 बार के विधायक ने। उस तो बाद हुण जलंधर तो इन्हों चोण मैदान च उतार दिता गया। हालांकि जलंधर तो 2012 दे विच लोक सभा की चोण हारे सन, यह भी बेहद अहम है। पर हुण वेखना होएगा कि आम आदमी पार्टी दे नाल जुड़ के किस तरीके दे नाल इन्हां दा जिहड़ा है उधार रहेगा। अशोक प्रैशर पप्पी जिहड़े ने वो भी कांग्रेस का हिस्सा सन। लुधियाना तो हुण चोण लड़नगे विधायक ने लुधियाना सेंट्रल सीट तो, और उस तो बाद हुण पार्टी दे वल्लों लोक सभा सीट जिहड़ी है उसदे लई टिकट दे दित्ती गई है। जगदीप सिंह काका बरौड़ फिरोजपुर तो जिहड़े ने वो हुण उम्मीदवार होणगे। मुक्तसर साहिब तो मौजूदा विधायक ने। तो असीं कह सकते हैं कि जिहड़े चुनिंदा विधायक आगू जिहड़े ने उही अगे कीते गए या उन्हां नूं ही टिकट दित्ती गई है। तो कोई कैबिनेट मंत्री जिहड़े ने जिस तरीके नाल पहली लिस्ट दे विच 5 चेहरे सन, अजिहा कुछ नजर नहीं आया। तो बिल्कुल 13 दे 13 धुरंधर, 13 दे 13 जरनैल आम आदमी पार्टी दे वल्लों चोण मैदान दे विच उतार दिते गए ने। ये 13 असीं दिखा रहे हैं 13 जनियां दी फौज कह लईए आम आदमी पार्टी दी। तो बिल्कुल क्लीयर हो चुकियां ने सीटां। अमृतसर, संगरूर, पटियाला, फतेहगढ़ साहिब, फरीदकोट, खडूर साहिब, बठिंडा, हुशियारपुर, आनंदपुर साहिब, जलंधर, फिरोजपुर, गुरदासपुर, लुधियाना। तो 13 ਦੀਆਂ 13 सीटां साफ ने। इन्हां दे विच 5 वड्डे आगू या कह लीए कि कैबिनेट मंत्री चोण मैदान च ने। एक करमजीत अनमोल वड्डे अदाकार फरीदकोट तो चोण लड़ रहे ने। इस तो इलावा जेकर राजकुमार ਚੱਬੇਵਾਲ ਦਾ जिक्र करिए, कांग्रेस तो वड्डे आगू कांग्रेस दे विरोध दे विच विरोधी धिर दे विच सन, तां विधायक सन, पर विधायकी छड्ड के आम आदमी पार्टी चाहुंदे ने। जिस तो बाद हुशियारपुर तो चोण मैदान च उतार दिता जांदा है। मलविंदर सिंह कंग वड्डे
ਸਪੋਕਸਪਰਸਨ ਮੁੱਖ ਬੁਲਾਰੇ लगातार अपने पक्ष रखते हुए पार्टी के नजर आते सी तां इन्हां नूं चोण मैदान च उतारिया गया। पवन कुमार टीनू श्रोमणी अकाली दल का वड्डा चेहरा विधायक रहे आदमपुर तो तां हुण जलंधर तो चोण मैदान च ने, पर आम आदमी पार्टी दे विच शमूलियत कीती तां आम आदमी पार्टी दे वल्लों इन्हां नूं टिकट दे दित्ती गई है। जगदीप सिंह काका बराड़ जिहड़े ने विधायक ने मुक्तसर साहिब तो शहरी कलसी जिहड़े ने उन्हां नूं भी टिकट दित्ती गई, और भी मौजूदा विधायक ने। ਤਾਂ ਜਲੰਧਰ ਦੀ ਸੀਟ ਦਾ ਜ਼ਿਕਰ ਕਰਾਂਗੇ। ਬੇहद ਅਹਿਮ ਔਰ ਇੰਟਰਸਟਿੰਗ ਅਸੀਂ ਕਹਿ ਸਕਦੇ ਹਾਂ ਕਿ ਇਹ ਸੀਟ ਇਸ ਵੇਲੇ ਬਣ ਗਈ ਹੈ, ਖਾਸ ਤੌਰ ਤੇ ਜਦੋਂ ਸਾਨੂੰ ਇਹ ਦੋ ਚਿਹਰੇ ਨਜ਼ਰ ਆਉਂਦੇ ਹੋਣ। ਪਹਿਲਾ ਚਿਹਰਾ ਚਰਨਜੀਤ ਚੰਨੀ ਦਾ ਹੀ ਅਸੀਂ ਜ਼ਿਕਰ ਕਰਾਂਗੇ, ਕਿਉਂਕਿ ਸਾਬਕਾ ਸੀਐਮ ਨੇ, ਕਾਂਗਰਸ ਦਾ ਵੱਡਾ ਚਿਹਰਾ ਨੇ। ਉਮੀਦ ਕੀਤੀ ਜਾ ਰਹੀ ਸੀ ਲਗਭਗ ਅਸੀਂ ਕਹਿ ਸਕਦੇ ਹਾਂ ਕਿ ਹੋ ਸਕਦਾ ਹੈ ਬਿਲਕੁਲ ਮੰਗ ਕਰਕੇ ਟਿਕਟ ਲਈ ਗਈ ਹੋਵੇ ਤਾਂ ਚਰਨਜੀਤ ਚੰਨੀ ਚੋਣ ਮੈਦਾਨ 'ਚ ਨੇ। ਉਹਨਾਂ ਦੇ ਬਿਲਕੁਲ ਨਾਲ ਪਵਨ ਕੁਮਾਰ ਟੀਨੂ ਨੂੰ ਟਿਕਟ ਜਿਹੜੀ ਹੈ ਉਹ ਪਾਰਟੀ ਨੇ ਦਿੱਤੀ ਹੈ। ਤਾਂ ਆਦਮਪੁਰ ਤੋਂ ਵਿਧਾਇਕ ਨੇ, ਪਰ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸਨ। ਤਾਂ ਇੱਥੇ ਆ ਕੇ ਕਿਸ ਤਰੀਕੇ ਦੇ ਨਾਲ ਟੱਕਰ ਰਹੇਗੀ ਇਹ ਵੇਖਣਾ ਹੋਏਗਾ। ਇਸ ਤੋਂ ਇਲਾਵਾ ਸਭ ਤੋਂ ਅਹਿਮ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਨੇ ਉਹ ਬੀਜੇਪੀ ਤੋਂ ਚੋਣ ਮੈਦਾਨ ਦੇ ਵਿੱਚ ਨੇ। ਬੀਜੇਪੀ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ। ਹਾਲਾਂਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਕਾਂਗਰਸ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਨੇ, ਕਾਂਗਰਸ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਜਿੱਤ ਹਾਸਲ ਕਰਦੇ ਨੇ ਜ਼ਿਮਨੀ ਚੋਣ ਤੋਂ। ਉਸ ਤੋਂ ਬਾਅਦ ਅੱਗੇ ਹੁਣ ਬੀਜੇਪੀ ਦਾ ਹਿੱਸਾ ਨੇ। ਉਸ ਤੋਂ ਬਾਅਦ ਅੱਗੇ ਵਧਾਂਗੇ, ਗੁਰਦਾਸਪੁਰ ਦਾ ਜ਼ਿਕਰ ਕਰਾਂਗੇ। ਗੁਰਦਾਸਪੁਰ ਦੀ ਵੀ ਸਿਆਸੀ ਫਾਈਟ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਵੀ ਬੇहद ਦਿਲਚਸਪ ਹੋਣ ਵਾਲੀ ਹੈ। ਸੁਭਾਵਿਕ ਤੌਰ ਤੇ ਯੰਗ ਚਿਹਰਾ ਸ਼ਹਿਰੀ ਕਲਸੀ ਉਮੀਦਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਉਤਾਰ ਦਿੱਤੇ ਗਏ ਨੇ। ਹਾਲਾਂਕਿ ਕਾਂਗਰਸ ਤੋਂ ਕੌਣ ਹੋਣਗੇ, ਬਰਿੰਦਰ ਮੀਤ ਪਹਾੜਾ ਨੂੰ ਲੈ ਕੇ ਅਸੀਂ ਕਹਿ ਸਕਦੇ ਹਾਂ ਕਿ ਬਿਲਕੁਲ ਦਾ ਖੇਡਿਆ ਜਾ ਸਕਦਾ ਹੈ। ਲਗਾਤਾਰ ਨਾਂ ਚਰਚਾ ਦੇ ਵਿੱਚ ਹੈ। ਦਲਜੀਤ ਚੀਮਾ ਸਾਬਕਾ ਕੈਬਨਿਟ ਮੰਤਰੀ ਨੇ, ਔਰ ਇਸ ਤੋਂ ਇਲਾਵਾ ਵੱਡਾ ਚਿਹਰਾ ਨੇ ਸ਼੍ਰੋਮਣੀ ਅਕਾਲੀ ਦਲ ਦਾ। ਤਾਂ ਪਹਿਲਾਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹਨਾਂ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ ਹੈ। ਦਿਨੇਸ਼ ਬੱਬੂ ਲੋਕਲ ਲੀਡਰ ਨੇ ਬੀਜੇਪੀ ਦੇ। ਤਾਂ ਇੱਥੇ ਇਸ ਵਾਰ ਕੋਈ ਵੱਡਾ ਚਿਹਰਾ ਜਾਂ ਕੋਈ ਬਾਹਰੀ ਉਮੀਦਵਾਰ, ਪੈਰਾਸ਼ੂਟ ਅਸੀਂ ਕਹਿ ਸਕਦੇ ਹਾਂ ਉਮੀਦਵਾਰ ਬੀਜੇਪੀ ਇੱਥੇ ਨਹੀਂ ਲੈ ਕੇ ਆਈ। ਤਾਂ ਇਹ ਪਿਕਚਰ ਜਿਹੜੀ ਹੈ ਉਹ ਗੁਰਦਾਸਪੁਰ ਦੀ ਸਾਨੂੰ ਨਜ਼ਰ ਆਏਗੀ। ਹਾਲਾਂਕਿ ਇੱਕ ਉਮੀਦਵਾਰ ਦਾ ਐਲਾਨ ਹੋਣਾ ਕਾਂਗਰਸ ਦਾ ਬਾਕੀ ਹੈ। ਅੱਗੇ ਵਧਾਂਗੇ ਤਾਂ ਲੁਧਿਆਣਾ ਦਾ ਜ਼ਿਕਰ ਕਰਾਂਗੇ। ਅਸ਼ੋਕ ਪਰਾਸ਼ਰ ਪੱਪੀ ਨੂੰ ਆਮ ਆਦਮੀ ਪਾਰਟੀ ਤੋਂ ਟਿਕਟ ਦਿੱਤੀ ਗਈ ਹੈ। ਤਾਂ ਇੱਥੇ ਮੌਜੂਦਾ ਵਿਧਾਇਕ ਨੇ, ਔਰ ਦੋ ਸੀਟਾਂ ਜੇ ਖਾਲੀ ਨੇ, ਕਹਿ ਲਈਏ ਕਿ ਦੋ ਐਲਾਨ ਹੋਣੇ ਬਾਕੀ ਨੇ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਪੱਤੇ ਇੱਥੇ ਨਹੀਂ ਖੋਲੇ ਗਏ। ਕਾਂਗਰਸ ਦਾ ਇਸ ਕਰਕੇ ਵੀ ਦਿਲਚਸਪ ਹੈ ਕਿਉਂਕਿ ਮੌਜੂਦਾ ਸੰਸਦ ਰਵਨੀਤ ਬਿੱਟੂ ਕਾਂਗਰਸ ਤੋਂ ਬੀਜੇਪੀ 'ਚ ਜਾ ਚੁੱਕੇ ਨੇ ਤੇ ਬੀਜੇਪੀ ਦੇ ਵੱਲੋਂ ਉਹਨਾਂ ਨੂੰ ਟਿਕਟ ਐਲਾਨ ਨਹੀਂ ਜਾ ਚੁੱਕੀ ਹੈ। ਤਾਂ ਇੱਥੇ ਵੀ ਤਸਵੀਰ ਜਿਹੜੀ ਹੈ ਜਦੋਂ ਇਹ ਦੋ ਬਾਕਸ ਜਿਹੜੇ ਖਾਲੀ ਨੇ ਉਹ ਭਰਦੇ ਨੇ, ਉਸ ਤੋਂ ਬਾਅਦ ਦੇਖਣਾ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਇਹ ਫਾਈਟ ਰਹੇਗੀ। ਪਰ ਇੱਥੇ ਵੀ ਮੁਕਾਬਲਾ ਕੜਾ ਹੋਏਗਾ। ਔਰ ਕੀ ਪਾਰਟੀ ਦੇ ਵੱਲੋਂ, ਆਮ ਆਦਮੀ ਪਾਰਟੀ ਦੇ ਵੱਲੋਂ ਖਾਸ ਤੌਰ ਤੇ ਸੋਚਿਆ ਸਮਝਿਆ ਗਿਆ, ਘੋਖ ਕੀਤੀ ਗਈ, ਉਸ ਤੋਂ ਬਾਅਦ ਅਸ਼ੋਕ ਪਰਾਸ਼ਰ ਪੱਪੀ ਤੇ ਦਾ ਖੇਡਿਆ ਗਿਆ ਹੈ। ਤਾਂ ਇਹ ਵੀ ਬੇहद ਆਪਣੇ ਆਪ ਦੇ ਵਿੱਚ ਅਹਿਮ ਹੈ। ਉਸ ਤੋਂ ਬਾਅਦ ਅਗਲੀ ਸੀਟ ਦਾ ਜ਼ਿਕਰ ਕਰਾਂਗੇ, ਫਿਰੋਜ਼ਪੁਰ ਦਾ। ਇਹ ਵੀ ਸਭ ਤੋਂ ਜ਼ਿਆਦਾ ਅਜੇ ਤੱਕ ਅਸੀਂ ਕਹਿ ਸਕਦੇ ਹਾਂ ਕਿਉਰਿਓਸਿਟੀ ਇਸ ਸੀਟ ਤੇ ਬਣੀ ਹੋਈ ਸੀ। ਅੱਜ ਜਦੋਂ ਹੁਣ ਨਵੀਂ ਲਿਸਟ ਦੇ ਵਿੱਚ ਜਗਦੀਪ ਸਿੰਘ ਕਾਕਾ ਬਰਾੜ ਨੂੰ ਮੈਦਾਨ 'ਚ ਉਤਾਰ ਦਿੱਤਾ ਗਿਆ, ਉਸ ਤੋਂ ਬਾਅਦ ਅਜੇ ਵੀ ਤਿੰਨ ਜਿਹੜੇ ਖਾਨੇ ਖਾਲੀ ਨੇ, ਯਾਨੀ ਕਿ ਤਿੰਨੋਂ ਉਮੀਦਵਾਰਾਂ ਦਾ ਐਲਾਨ ਅਜੇ ਹੋਣਾ ਬਾਕੀ ਹੈ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਦੇ ਵੱਲੋਂ ਕਿਸ ਨੂੰ ਮੈਦਾਨ 'ਚ ਉਤਾਰਿਆ ਜਾਏਗਾ। ਔਰ ਜਦੋਂ ਫਿਰੋਜ਼ਪੁਰ ਤੋਂ ਮੌਜੂਦਾ ਸੰਸਦ ਖੁਦ ਸੁਖਬੀਰ ਸਿੰਘ ਬਾਦਲ ਹੋਣ ਤਾਂ ਹੋਰ ਵੀ ਦਿਲਚਸਪ ਹੋ ਜਾਂਦਾ ਹੈ ਕਿ ਇੱਥੇ ਕਿਹੜੇ ਚਿਹਰੇ ਜਿਹੜੇ ਨੇ ਉਹ ਸਾਨੂੰ ਵੇਖਣ ਨੂੰ ਮਿਲਣਗੇ। ਤਾਂ ਫਿਰੋਜ਼ਪੁਰ ਦੀ ਸੀਟ ਦਾ ਅਜੇ ਥੋੜਾ ਹੋਰ ਅਸੀਂ ਕਹਿ ਸਕਦੇ ਹਾਂ ਕੁਝ ਘੰਟੇ ਸਾਨੂੰ ਇੰਤਜ਼ਾਰ ਕਰਨਾ ਹੋਏਗਾ। ਹਾਲਾਂਕਿ ਕਦੋਂ ਤੱਕ ਉਮੀਦਵਾਰ ਐਲਾਨੇ ਜਾਂਦੇ ਨੇ ਇਹ ਅਜੇ ਵੇਖਣਾ ਹੋਏਗਾ। ਖਡੂਰ ਸਾਹਿਬ ਦਾ ਜ਼ਿਕਰ ਕਰਾਂਗੇ। ਖਡੂਰ ਸਾਹਿਬ ਪੰਥਕ ਸੀਟ ਹੈ, ਹਮੇਸ਼ਾ ਨਜ਼ਰਾਂ ਟਿਕੀਆਂ ਰਹਿੰਦੀਆਂ ਨੇ। ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਜਿਨ੍ਹਾਂ ਨੂੰ ਉਤਾਰ ਦਿੱਤਾ ਗਿਆ ਹੈ ਚੋਣ ਮੈਦਾਨ ਦੇ ਵਿੱਚ। ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲੀ ਲਿਸਟ ਦੇ ਵਿੱਚ ਹੀ ਨਾਂ ਸਾਫ਼ ਹੋ ਗਿਆ ਸੀ। ਕਾਂਗਰਸ ਦਾ ਐਲਾਨ ਹੋ ਜਾਏ ਹੋਣਾ ਬਾਕੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਕੀਤਾ ਜਾਏ ਤਾਂ ਬੀਬੀ ਜਗੀਰ ਕੌਰ ਕਹਿ ਰਹੇ ਨੇ ਕਿ ਮੈਂ ਇਸ ਵਾਰ ਨਹੀਂ ਕਿਹਾ ਕਿ ਮੈਨੂੰ ਖਡੂਰ ਸਾਹਿਬ ਤੋਂ ਟਿਕਟ ਦਿੱਤੀ ਜਾਵੇ, ਯਾਨੀ ਕਿ ਇਹ ਲੱਗ ਰਿਹਾ ਹੈ ਕਿ ਉਹ ਇੰਟਰਸਟਿਡ ਇਸ ਵਾਰ ਨਹੀਂ ਹਨ। ਤਾਂ ਮਨਜੀਤ ਸਿੰਘ ਮੰਨਾ ਤੇ ਬੀਜੇਪੀ ਨੇ ਦਾ ਖੇਡਿਆ ਹੈ, ਜੋ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸਨ। 2020 ਦੇ ਕਰੀਬ ਬੀਜੇਪੀ ਦੇ ਵਿੱਚ ਚਲੇ ਗਏ ਸੀ, ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਇੱਥੋਂ ਟਿਕਟ ਦੇ ਦਿੱਤੀ ਗਈ ਹੈ। ਸਾਬਕਾ ਵਿਧਾਇਕ ਵੀ ਨੇ ਬਾਬਾ ਬਕਾਲਾ ਤੋਂ। ਤਾਂ ਖਡੂਰ ਸਾਹਿਬ ਤੋਂ ਬਾਅਦ ਅਗਲੀ ਸੀਟ ਦਾ ਜ਼ਿਕਰ ਕਰਾਂਗੇ, ਹੁਸ਼ਿਆਰਪੁਰ ਸੀਟ। ਰਾਜਕੁਮਾਰ ਚੱਬੇਵਾਲ ਵੱਡਾ ਚਿਹਰਾ ਕਾਂਗਰਸ ਦਾ ਸਨ, ਪਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਦੇ ਨੇ, ਜਿਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਟਿਕਟ ਦਾ ਐਲਾਨ ਹੋ ਜਾਂਦਾ ਹੈ। ਹੁਸ਼ਿਆਰਪੁਰ ਤੋਂ ਚੋਣ ਮੈਦਾਨ ਦੇ ਵਿੱਚ ਨੇ। ਕਾਂਗਰਸ ਤੋਂ ਐਲਾਨ ਹੋਣਾ ਜੇ ਬਾਕੀ ਹੈ ਕਿਹੜਾ ਚਿਹਰਾ ਰਾਜਕੁਮਾਰ ਚੱਬੇਵਾਲ ਦੇ ਖਿਲਾਫ ਜਾਂ ਫਿਰ ਬਾਕੀਆਂ
ਦੇ ਖਿਲਾਫ ਉਤਾਰਿਆ ਜਾਏਗਾ, ਇਹ ਵੇਖਣਾ ਹੋਏਗਾ। ਸ਼੍ਰੋਮਣੀ ਅਕਾਲੀ ਦਲ ਤੋਂ ਵੀ ਅਜੇ ਸਸਪੈਂਸ ਬਣਿਆ ਹੋਇਆ ਹੈ ਕਿ ਕਿਸ ਤੇ ਵਿਸ਼ਵਾਸ ਜਤਾਉਂਦੀ ਹੈ ਪਾਰਟੀ। ਅਨੀਤਾ ਸੋਮ ਪ੍ਰਕਾਸ਼ ਮੌਜੂਦਾ सांसद दे पत्नी ने सोम प्रकाश दे पत्नी ने अनीता सोम प्रकाश जिस दे नवां चेहरा या कह लीए कि उन्हां नूं चोण मैदान च हुण उतार दिता गया है पार्टी दे वल्लों। अगली सीट बेहद ही दिलचस्प है जिस ते सारे पंजाब दी असीं कह सकदे हां कि नज़र टिकी रहिंदी है, बठिंडा दी सीट। तां इत्थे बिल्कुल पिक्चर जिहड़ी है वो साफ हो चुकी है। सिर्फ अजे एक सस्पेंस छोटा असीं कह सकदे हां बाकी है हरसिमरत कौर बादल नूं लैके जरा लगभग साफ मन्निया जा रहा है। तां गुरमीत सिंह खुड्डियां नूं इत्थों टिकट दित्ती गई आम आदमी पार्टी दे वल्लों। जीत महिंदर सिंह सिद्धू हालांकि इस ਥਾਂ ਤੇ ਕੋਈ ਹੋਰ ਅਮ੍ਰਿਤਾ ਵੜਿੰਗ ਹੋ ਸਕਦੇ ਸੀ ਪਰ ਉਸ ਦੀਆਂ ਸਾਰੀਆਂ ਸ਼ੰਕਾਵਾਂ ਖਤਮ ਹੋ ਜਾਂਦੀਆਂ ਨੇ ਜਦੋਂ ਨਾਂ ਤੇ ਮੋਹਰ ਲੱਗ ਜਾਂਦੀ ਹੈ ਪਾਰਟੀ ਦੇ ਵੱਲੋਂ। ਹਰਸਿਮਰਤ ਕੌਰ ਬਾਦਲ ਸਾਫ਼ ਕਰ ਚੁੱਕੇ ਨੇ ਲੜਨਗੇ ਤਾਂ ਬਠਿੰਡਾ ਤੋਂ ਨਹੀਂ, ਕਿਸੇ ਵੀ ਹੋਰ ਸੀਟ ਤੋਂ ਨਹੀਂ। ਪਰਮਪਾਲ ਕੌਰ ਦਾ ਨਾਂ ਐਲਾਨ ਦਿੱਤਾ ਗਿਆ ਹੈ ਬੀਜੇਪੀ ਦੇ ਵੱਲੋਂ। ਮਲੂਕਾ ਸਿਕੰਦਰ ਸਿੰਘ ਮਲੂਕਾ ਦੇ ਨੂੰਹ ਨੇ ਤਾਂ ਉਹਨਾਂ ਤੇ ਹੁਣ ਸਾਫ਼ ਕਰ ਦਿੱਤਾ ਗਿਆ ਹੈ ਪਾਰਟੀ ਦੇ ਔਰ ਪਰਮਪਾਲ ਕੌਰ ਕਹਿ ਰਹੇ ਨੇ ਕਿ ਕੋਈ ਮੁਕਾਬਲਾ ਨਹੀਂ ਹੈ ਬੀਜੇਪੀ ਦਾ ਕਿਸੇ ਦੇ ਨਾਲ ਵੀ। ਲੱਖਾ ਸਿਧਾਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ चोण मैदान च होणगे, किस तरीके दे नाल परफॉर्मेंस रहेगी ये देखना होएगा। तां इत्थे 5 गुणा मुकाबला है बठिंडा दे विच। हालांकि अजे पेंडिंग है, अजे बाकी है कि श्रोमणी अकाली दल दे वल्लों कदों रहिंदियां टिकटां दा अनाउंस किया जाता है क्योंकि हुण तक 7 उम्मीदवार श्रोमणी अकाली दल दे वल्लों उतारे जा चुके ने। इस तो इलावा 9 उम्मीदवार बीजेपी अपने चोण मैदान च उतार चुकी है और कांग्रेस दे वल्लों सिर्फ 6 उम्मीदवार ही ऐलाने गए ने। अमृतसर दी अगली सीट, अमृतसर तो जिक्र किया जाए कुलदीप सिंह धालीवाल कैबिनेट मंत्री वड्डा चेहरा, बेशक 2019 ਦੇ ਵਿੱਚ ਲੜੇ ਚੰਗੀ ਪਰਫਾਰਮੈਂਸ ਨਹੀਂ ਰਹੀ ਪਰ ਹੁਣ ਕੈਬਨਿਟ ਮੰਤਰੀ ਨੇ ਕਿਸ ਤਰੀਕੇ ਦੇ ਨਾਲ ਚੋਣ ਹੋਏਗੀ ਇਹ ਵੇਖਣਾ ਹੋਏਗਾ। ਫਾਈਟ ਰਹੇਗੀ। ਗੁਰਜੀਤ ਔਜਲਾ ਮੌਜੂਦਾ ਸੰਸਦ ਮੈਂਬਰ ਨੇ। ਅਨਿਲ ਜੋਸ਼ੀ ਵੱਡਾ ਚਿਹਰਾ ਬੀਜੇਪੀ ਦੇ ਵਿੱਚ ਸਨ ਕਿਸੇ ਵੇਲੇ ਪਰ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਂਦੇ ਨੇ ਉਸ ਤੋਂ ਬਾਅਦ ਹੁਣ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ। ਤਰਨਜੀਤ ਸਿੰਘ ਸੰਧੂ ਬੀਜੇਪੀ ਤੋਂ ਚੋਣ ਮੈਦਾਨ ਦੇ ਵਿੱਚ ਨੇ, ਸਾਬਕਾ ਅੰਬੈਸਡਰ ਨੇ। इन्हें दिनी विरोध भी हो रहा है तो सारिया चीज़ां वक्रियां पर इत्थे भी मुकाबला 4 गुणा होएगा और जबरदस्त इत्थे भी फाइट जिहड़ी वेखण नूं मिलेगी क्योंकि अमृतसर भी एक पंथक सीट दे वजों गिणी जाती है, मन्नी जाती है। और हालांकि हर एंगल अमृतसर की सीट से वेख्या जाता है, टूरिज्म भी है, हरमंदिर साहिब दे नाल जुड़ी हुई धरती है, गुरु नगरी है, तो सारिया चीज़ां ने और उस तरीके असीं वेख रहे हैं कि चोण प्रचार भी जिहड़ा है सारे उम्मीदवार अपना कर रहे हैं। तो अमृतसर की सियासी फाइट कुछ इस तरीके दे नाल सानू वेखण नूं मिलेगी जिथे बिल्कुल पिक्चर हुण साफ हो चुकी है। आनंदपुर साहिब भी पंथक सीट, हालांकि इत्थे ज्यादातर जेकर गल कीती जावे हिंदू वोट का प्रभाव भी काफ़ी है। तो मलविंदर सिंह कंग जिहड़े ने आम आदमी पार्टी तो चोण मैदान दे विच ने जो पहला तो ही ऐलान दी गई सी सीट। कांग्रेस का अजे ऐलान होना बाकी है। मनीष तिवाड़ी जिक्रयोग है, मनीष तिवाड़ी मौजूदा सांसद जिन्होंने चंडीगढ़ भेज दिता गया और इत्थों हुण कांग्रेस किस ते दा खेडेगी अजे सवाल बाकी है। तो प्रेम सिंह चंदूमाशा लगभग संभवता मनी जा रही सी। प्रेम सिंह चंदूमाशा इत्थों लड़दे ने, चोण लड़नगे। साबका संसद ने, बड़े आगू ने श्रोमणी अकाली दल दे किस तरीके दे नाल फाइट होएगी देखना होएगा। बीजेपी तो अजे ऐलान होना बाकी है कि आनंदपुर साहिब तो किस उम्मीदवार का ऐलान किया जाएगा। तो 2 अजे ना बाकी ने, बाकी 2 ना जिहड़े ने वो बिल्कुल साफ हो गए ने और किवें इत्थे आधार रहेगा। और जदों मनीष तिवाड़ी नूं चंडीगढ़ भेज दिता गया होए तो होर भी दिलचस्प है कि इत्थे किसनूं, हालांकि अंबिका सोनी दा नां जिहड़ा है वो चर्चा दे विच है कि अंबिका सोनी नूं इत्थे टिकट दित्ती जा सकती है। अगली टिकट दा रुख करांगे, फरीदकोट सीट दा जिक्र करांगे तो करमजीत अनमोल नवां चेहरा, हालांकि जाना माना चेहरा, लोग जानते ने, अदाकार ने और पर सियासत दे विच बिल्कुल नवी एंट्री है। तो असीं कह सकते हैं कि सियासत च नवा चेहरा है तो बहुत असीं कह सकते हैं कि संगरूर तो टिकट मिल सकती है। चर्चावां तो बाद इन्हां नूं इत्थे उतारिया गया है। तो कांग्रेस तो अजे ऐलान होना बाकी है। राजविंदर सिंह नूं श्रोमणी अकाली दल तो टिकट दी गई है। हंसराज हंस दिल्ली के मौजूदा सांसद पर हुण पंजाब दे विच फरीदकोट ते पार्टी ने इन्हां ते दा खेडिया है और पूरा असीं कह सकते हैं सारे ही उम्मीदवार चोण प्रचार दे विच जुटे हुए ने लगभग। तो एक सीट अजे या कह लीए कि एक पार्टी का अजे कैंडीडेट इत्थे बाकी है कांग्रेस तो। उस बाद अगली बिल्कुल हाई प्रोफाइल सीट संगरूर दी सीट। संगरूर दी सीट भी बेहद इस बार दिलचस्प बनती नजर आ रही है। मीत हेयर आम आदमी पार्टी के कैबिनेट मंत्री चोण मैदान दे विच उतार दिते गए। उस तो बाद अगला चेहरा सुखपाल सिंह खैरा मन्निया जा रहा सी। बठिंडा तो सीट जिहड़ी है उन्हां नूं मिल सकती है पर संगरूर तो जिहड़ा है बठिंडा तो चोण लड़े सन। संगरूर तो इस बार पार्टी सुखपाल सिंह खैरा ते विश्वास कर रही है। इकबाल सिंह चुंदा नूं श्रोमणी अकाली दल ने उतार दिता है। हालांकि इत्थे ढींडसा परिवार ने नाराजगी जाहिर की है कि उन्हां दे परिवार दे विचों सलाह मशवरा नहीं किया गया। बीजेपी दे वल्लों अजे उम्मीदवार नहीं उतारिया गया, मन्निया जा रहा। चर्चावां ये भी पिछले दिनां च उठियां कि हो सकता है ढींडसा परिवार दोबारा तो गलबात करके
ਉਹ ਇੱਥੋਂ ਬੀਜੇਪੀ ਦੇ ਉਮੀਦਵਾਰ ਹੋ ਸਕਦੇ ਨੇ, ਪਰ ਹਾਲਾਂਕਿ ਉਹਨਾਂ ਨੇ ਇਸ ਨੂੰ ਡਿਨਾਈ ਕਰ ਦਿੱਤਾ। ਨਿਊਜ਼ 18 ਪੰਜਾਬ ਨਾਲ ਗੱਲਬਾਤ ਕਰਦੇ ਸਿਮਰਨਜੀਤ ਸਿੰਘ ਮਾਨ ਮੌਜੂਦਾ ਸੰਸਦ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਇੱਥੋਂ ਦੁਬਾਰਾ ਤੋਂ ਚੋਣ ਲੜ ਰਹੇ ਨੇ। ਅਨਾਉਂਸ ਹੋ ਚੁੱਕਿਆ ਹੈ ਸਾਰੇ ਉਮੀਦਵਾਰਾਂ ਦਾ ਨਾਂ, ਇੱਕ ਅਜੇ ਬਾਕੀ ਹੈ, ਸਿਰਫ ਬੀਜੇਪੀ ਤੋਂ ਉਮੀਦਵਾਰ ਜਿਹੜੇ ਨੇ ਐਲਾਨ ਹੋਣਾ ਬਾਕੀ ਹੈ। ਅਗਲੀ ਸੀਟ ਹੈ ਪਟਿਆਲਾ ਤੋਂ ਰੁਕ ਕਰਾਂਗੇ। ਬਿਲਕੁਲ ਸ਼ਾਹੀ ਸ਼ਹਿਰ, ਕੈਪਟਨ ਅਮਰਿੰਦਰ ਸਿੰਘ ਦੇ ਨਾਂ ਦੇ ਨਾਲ ਹੁਣ ਤੱਕ ਅਸੀਂ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਜਿਹੜਾ ਹੈ ਰਸੂਖ ਰੱਖਦਾ ਪਰਿਵਾਰ ਹੈ। ਇਸ ਵਾਰ ਵੀ ਪਰਨੀਤ ਕੌਰ ਨੇ, ਉਹਨਾਂ ਦੇ ਪਤਨੀ, ਪਰ ਕਾਂਗਰਸ ਤੋਂ ਨਹੀਂ ਬੀਜੇਪੀ ਤੋਂ ਚੋਣ ਲੜ ਰਹੇ ਨੇ। ਤਾਂ ਡਾਕਟਰ ਬਲਬੀਰ ਸਿੰਘ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਹੋਣਗੇ। ਮੌਜੂਦਾ ਕੈਬਨਿਟ ਮੰਤਰੀ ਨੇ ਡਾਕਟਰ ਧਰਮਵੀਰ ਗਾਂਧੀ, ਇਹ ਆਮ ਆਦਮੀ ਪਾਰਟੀ ਦੇ ਵਿੱਚ ਚੁਣੇ ਹੋਏ ਸੰਸਦ ਸਨ 2014 ਚ, ਪਰ ਹੁਣ ਕਾਂਗਰਸ ਦੇ ਵਿੱਚ ਸ਼ਮੂਲੀਅਤ ਕੀਤੀ। ਉਸ ਤੋਂ ਬਾਅਦ ਪਾਰਟੀ ਨੇ ਇਹਨਾਂ ਨੂੰ ਟਿਕਟ ਦਿੱਤੀ ਹੈ। ਹਾਲਾਂਕਿ ਅੰਦਰ ਖਾਤੇ ਜੇਕਰ ਗੱਲ ਕੀਤੀ ਜਾਵੇ ਕਾਫੀ ਨਾਰਾਜ਼ਗੀ ਵੀ ਜ਼ਰੂਰ ਹੈ ਪਾਰਟੀ ਦੇ ਅੰਦਰ। ਤਾਂ ਐਨਕੇ ਸ਼ਰਮਾ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਨੇ। ਤਾਂ ਇੱਥੋਂ ਵੀ ਬਿਲਕੁਲ ਪਿਕਚਰ ਸਾਫ਼ ਹੋ ਚੁੱਕੀ ਹੈ। ਤਾਂ ਸ਼ਾਹੀ ਸ਼ਹਿਰ ਪਟਿਆਲਾ ਦਾ ਜ਼ਿਕਰ ਕੀਤਾ ਜਾਏ, ਹਲਕੇ ਦਾ ਜ਼ਿਕਰ ਕੀਤਾ ਜਾਏ, ਇੱਥੋਂ ਵੀ ਬਿਲਕੁਲ ਤਸਵੀਰ ਸਾਫ਼ ਹੈ। ਔਰ ਚਾਰੋਂ ਦੇ ਚਾਰੋਂ ਉਮੀਦਵਾਰ ਤੁਰੰਦਰ ਜਰਨੈਲ ਜਿਹੜੇ ਨੇ ਚੋਣ ਮੈਦਾਨ 'ਚ ਉਤਾਰ ਦਿੱਤੇ ਗਏ।